Good morning, students. I hope fit or fine at your home. History, our Pastor's Third, Part 1, Class 8. Chapter 4, Tribals, Dikus and the Vision of a Golden Age. Tribals means Adivasi log, Dikus means outsider people, and Vision of a Golden Age. It means tribals ਜਿਹੜੇ ਸੀ Dikus means outsider people, ਬ੍ਰਿਟਿਸ਼ਰ ਚੀਫ ਮਿਸ਼ਨਰੀਜ਼ ਐਂਡ ਜ਼ਮੀਂਦਾਰਜ਼ ਇਹਨਾਂ ਦੇ ਜਿਹੜੇ ਰਿਵੋਲਟ ਸੀ ਉਹਨਾਂ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਸੀ, ਇਸ ਲਈ ਉਹ ਵਿਜ਼ਨ ਕਰਦੇ ਸੀ, ਕਲਪਨਾ ਕਰਦੇ ਸੀ ਇੱਕ ਸੁਨਹਿਰੀ ਯੁੱਗ ਦੀ। In 1895, a man named Birsa was seen roaming the forests and villages of Chota Nagpur in Bihar. ਬਿਹਾਰ ਦੇ ਵਿੱਚ ਛੋਟਾ ਨਾਗਪੁਰ ਦੇ ਕੁਝ ਪਿੰਡਾਂ ਅਤੇ ਜੰਗਲਾਂ ਦੇ ਵਿੱਚ 1895 ਦੇ ਵਿੱਚ ਬਿਰਸਾ ਨਾਮ ਦੇ ਵਿਅਕਤੀ ਨੂੰ ਘੁੰਮਦੇ ਪਾਇਆ। People said he had miraculous powers. He had cured all diseases and multiply grains. ਲੋਕਾਂ ਦਾ ਕਹਿਣਾ ਸੀ ਕਿ ਇਸ ਦੇ ਕੋਲ ਅਲੌਕਿਕ ਸ਼ਕਤੀਆਂ ਵਾ ਜਿਸ ਦੇ ਨਾਲ ਅਨਾਜ ਨੂੰ ਦੁੱਗਣਾ ਕਰਦਾ ਅਤੇ ਜਿਹੜੀਆਂ ਬਿਮਾਰੀਆਂ ਸੀ ਉਸ ਨੂੰ ਠੀਕ ਕਰਦਾ ਸੀ। Birsa himself declared that God has appointed him to save his people from trouble. ਬਿਰਸਾ ਨੇ ਡਿਕਲੇਅਰ ਕਰ ਦਿੱਤਾ ਆਪਣੇ ਆਪ ਨੂੰ ਕਿ ਪਰਮਾਤਮਾ ਨੇ ਉਸ ਨੂੰ ਅਪੁਆਇੰਟ ਕੀਤਾ ਵਾ ਲੋਕਾਂ ਦੇ ਜਿਹੜੇ ਟਰਬਲ ਸੀ, ਦੁੱਖ ਸੀ, ਉਹਨਾਂ ਦੇ ਵਿੱਚ ਉਹਨਾਂ ਦਾ ਬਚਾਅ ਕਰਨ ਵਾਸਤੇ। ਫ੍ਰੀ ਫਰੋਮ ਦਾ ਸਲੇਵਰੀ ਆਫ ਡਿਕੂਜ਼ ਜਿਹੜੇ ਆਊਟਸਾਈਡਰ ਪੀਪਲ ਸੀ, ਬ੍ਰਿਟਿਸ਼ਰ ਜ਼ਮੀਂਦਾਰ ਜਾਂ ਚੀਫ ਮਿਸ਼ਨਰੀ ਸੀ ਜਿਹੜੀਆਂ, ਉਹਨਾਂ ਦੀ ਗੁਲਾਮੀ ਤੋਂ ਫ੍ਰੀ ਕਰਨ ਵਾਸਤੇ। ਸੂਨ ਥਾਊਜ਼ੈਂਡ ਬਿਗੇਨ ਫੋਲੋਇੰਗ ਬਿਰਸਾਜ਼, ਹਜ਼ਾਰਾਂ ਦੇ ਹਿਸਾਬ ਨਾਲ ਲੋਕਾਂ ਨੇ ਕਿ ਬਿਰਸਾ ਨੂੰ ਫੋਲੋ ਕਰਨਾ ਸ਼ੁਰੂ ਕੀਤਾ। ਬਿਲੀਵਿੰਗ ਦੈਟ ਹੀ ਵਾਜ਼ ਭਗਵਾਨ ਐਂਡ ਹੈਡ ਕਮ ਟੂ ਸੋਲਵ ਦੇਅਰ ਪ੍ਰੋਬਲਮਸ। ਹੁਣ ਲੋਕਾਂ ਦਾ ਵਿਸ਼ਵਾਸ ਸੀ ਕਿ ਪਰਮਾਤਮਾ ਆਪ ਉਹਨਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਆਇਆ ਸੀ। He was also famous among other tribes such as Santals and Origin. But his followers include other tribals of the region, Santals and Origin. ਜਿਵੇਂ ਕਿ ਬਹੁਤ ਸਾਰੀ ਪੋਪੂਲੈਰਿਟੀ ਗੇਨ ਕਰਨ ਤੋਂ ਬਾਅਦ ਜਿਹੜੀਆਂ ਟਰਾਈਬ ਸੀ ਇਸ ਦੀਆਂ ਫੋਲੋਵਰ ਬਣ ਗਈਆਂ ਬਿਰਸਾ ਦੀਆਂ। ਇਹਨਾਂ ਦੇ ਵਿੱਚ ਸੰਥਾਲ ਅਤੇ ਓਰੀਜਨ ਨਾਂ ਦੇ ਖੇਤਰ ਦੇ ਜਿਹੜੇ ਟਰਾਈਬ ਸੀ ਇਹ ਵੀ ਆ ਜਾਂਦੇ ਆ। ਹੁਣ ਇੱਥੇ ਅਸੀਂ ਗੱਲ ਕਰਾਂਗੇ all of them in different ways were unhappy with the changes they were experiences and problems they were facing under British rule. ਹੁਣ ਜਿਹੜੇ ਇਹ ਟਰਾਈਬ ਸੀ ਇਹਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਹੜੇ ਬ੍ਰਿਟਿਸ਼ ਦੁਆਰਾ ਬਹੁਤ ਜ਼ਿਆਦਾ ਬਦਲਾਓ ਕੀਤੇ ਜਾ ਰਹੇ ਸੀ ਉਹਨਾਂ ਦੇ ਸ਼ਾਸਨ ਦੇ ਸਮੇਂ, ਉਹਨਾਂ ਲੋਕਾਂ ਦੇ ਤੌਰ ਤਰੀਕਿਆਂ ਦੇ ਵਿੱਚ ਬਹੁਤ ਜ਼ਿਆਦਾ ਬਦਲਾਓ ਦੇ ਕਾਰਨ ਇਹ ਸਾਰੇ ਲੋਕ ਸੀ ਪਰੇਸ਼ਾਨ ਸੀ, ਜਿਹਦੇ ਨਾਲ ਬਿਰਸਾ ਨੇ ਡਿਕਲੇਅਰ ਕੀਤਾ ਕਿ ਵੁੱਡ ਸੇਫ ਗਾਰਡ ਟਰਾਈਬਲਸ ਫਰੋਮ ਡਿਕੂਜ਼। ਜਿਹੜੇ ਇਹ ਡਿਕੂਜ਼ ਸੀ ਇਹਨਾਂ ਦੇ ਕੋਲੋਂ ਜਿਹੜੀਆਂ ਇਹ ਗਰੁੱਪ ਸੀ ਇਸ ਨੂੰ ਉਹ ਐਜ ਏ ਸੇਫ ਗਾਰਡ ਰੱਖੇਗਾ। Who are the tribals? Tribals ਕੌਣ ਸੀ? Group of people living in different parts of India, involved in various activities. You have read about tribal societies last year, having many customs and traditions. Most tribes had customs and rituals that were very different from those laid down by Brahmins. ਇਹਨਾਂ ਦੇ ਸਮਾਜਿਕ ਅਤੇ ਧਾਰਮਿਕ ਜਿਹੜੇ ਰੀਤੀ ਰਿਵਾਜ ਸੀ ਬ੍ਰਾਹਮਣ ਦੇ ਰੀਤੀ ਰਿਵਾਜਾਂ ਦੇ ਨਾਲੋਂ ਬਿਲਕੁਲ ਅਲੱਗ ਸੀ। ਟਰਾਈਬਲ ਸ਼ੇਅਰ ਡੀਪ ਬੌਂਡ ਆਫ ਕਿਨਸ਼ਿਪ। ਇਟ ਮੀਨਸ all those who belonged to the same tribe thought of themselves as sharing common ties of kinship. ਇਹ ਟਰਾਈਬਸ ਜਿਹੜੀਆਂ ਕਬੀਲੇ ਵਾਲੇ ਆਪਸ ਵਿੱਚ ਇਹ ਬਿਲੋਂਗ ਕਰਦੇ ਆ, ਫਿਰ ਇਹਨਾਂ ਦੇ ਜਿਹੜੇ ਥਾਟਸ ਵਾ ਉਹਨਾਂ ਨੂੰ ਆਪਸ ਵਿੱਚ ਸ਼ੇਅਰ ਕਰਦੇ ਆ, ਜਿਸ ਦੇ ਨਾਲ ਕਿ ਇੱਕ ਕਿਨਸ਼ਿਪ ਦੇ ਵਿੱਚ ਇੱਕ ਸਾਂਝੇਦਾਰੀ ਦੇ ਬੰਧਨ ਦੇ ਵਿੱਚ ਬੰਦੇ ਹੋਏ ਹੁੰਦੇ ਆ। ਇਸ ਤੋਂ ਬਾਅਦ ਡੂ ਨਾਟ ਹੈਵ ਸੋਸ਼ਲ ਡਿਵੀਜ਼ਨਸ ਲਾਈਕ ਦਾ ਕਾਸਟ ਸਿਸਟਮ। ਫਿਰ ਇਹਨਾਂ ਦੇ ਵਿੱਚ ਸਮਾਜਿਕ ਪੱਖਪਾਤ ਨਹੀਂ ਹੁੰਦਾ ਜਿਵੇਂ ਕਿ ਅਸੀਂ ਸਮਾਜਿਕ ਜਾਤੀਵਾਦ ਦੇ ਵਿੱਚ ਦੇਖਦੇ ਹਾਂ। Do have no any social and economic differences with tribes.
ਇਸ ਦਾ ਮਤਲਬ ਇਹ ਨਹੀਂ ਕਿ ਜੇਕਰ ਅਸੀਂ ਇਹਨਾਂ ਦੇ ਵਿੱਚ ਸਮਾਜਿਕ ਪੱਖਪਾਤ ਨਹੀਂ ਦੇਖਦੇ ਤੇ ਫਿਰ ਇਹਨਾਂ ਦੇ ਵਿੱਚ ਸਮਾਜਿਕ ਤੇ ਆਰਥਿਕ ਜਿਹੜੀਆਂ ਭਿੰਨਤਾਵਾਂ ਨਹੀਂ ਹੋਣਗੀਆਂ। ਇਹ ਭਿੰਨਤਾਵਾਂ ਵੀ ਇਹਨਾਂ ਦੇ ਵਿੱਚ ਪਾਈਆਂ ਜਾਂਦੀਆਂ ਵਾ, ਜਿਸ ਨੂੰ ਕਿ ਅਸੀਂ ਅੱਗੇ ਜਾ ਕੇ ਪੜ੍ਹਾਂਗੇ। Now we are discussed about how the tribal groups lived. By the 19th century, tribal people in different parts of India were involved in a variety of activities. 19ਵੀਂ ਸਦੀ ਦੇ ਵਿੱਚ ਜਿਹੜੇ ਟਰਾਈਬਲ ਗਰੁੱਪ ਸੀ, ਅਲੱਗ-ਅਲੱਗ ਲੋਕਾਂ ਦੀਆਂ ਜਿਹੜੀ ਵੈਰਾਈਟੀ ਸੀ ਉਹਨਾਂ ਦੀ ਐਕਟੀਵਿਟੀਜ਼ ਕੀ ਸੀ, ਅੱਗੇ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦੇ ਸੀ। ਫਸਟ ਇਜ਼ ਅ ਜੂਮ ਕਲਟੀਵੇਟਰ, ਸੈਕਿੰਡ ਇਜ਼ ਅ ਹੰਟਰਸ ਐਂਡ gatherers, third is animal herders. So first we are discussed about jhum cultivators. First is jhum cultivation. Some were jhum cultivators. ਇਹਨਾਂ ਵਿੱਚੋਂ ਕੁਝ ਕੀ ਸੀ ਜਿਹੜੇ ਝੂਮ ਦੀ ਖੇਤੀ ਕਰਦੇ ਸੀ। Some to them of a practiced jhum cultivation. ਇਹਨਾਂ ਵਿੱਚੋਂ ਕੁਝ ਅਜਿਹੇ ਸੀ ਜਿਨ੍ਹਾਂ ਨੂੰ jhum cultivation ਦਾ ਪੂਰਾ ਅਨੁਭਵ ਸੀ। That is a shifting cultivation. Jhum cultivation this was done on a small patches of land. ਲੈਂਡ ਦੇ ਛੋਟੇ ਛੋਟੇ ਹਿੱਸਿਆਂ ਦੇ ਉੱਤੇ, ਪੈਚਿਸ ਦੇ ਉੱਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਕੇ ਖੇਤੀ ਕਰਨਾ। ਤੇ ਸ਼ਿਫਟਿੰਗ ਕਲਟੀਵੇਸ਼ਨ ਸੀ ਤੇ ਨਾਟ ਮੂਵ ਟੂ ਐਨ ਅਦਰ ਪਲੇਸ, ਦੂਸਰੀ ਜਗ੍ਹਾ ਨਾ ਜਾ ਕੇ ਇੱਕ ਜਗ੍ਹਾ ਤੇ ਕੀ ਖੇਤੀ ਕਰਨਾ। ਦਿਸ ਇਜ਼ ਸ਼ਿਫਟਿੰਗ ਕਲਟੀਵੇਸ਼ਨ practiced in hilly areas of northeast central India, in which land is first cleared and then cultivation is done on that. ਜਦੋਂ ਸ਼ਿਫਟਿੰਗ ਕਲਟੀਵੇਸ਼ਨ ਕੀਤੀ ਜਾਂਦੀ ਸੀ, ਇਹਦਾ ਅਨੁਭਵ ਹਿਲੀ ਏਰੀਏ ਦੇ ਉੱਤੇ ਕੀਤਾ ਜਾਂਦਾ ਸੀ, ਨਾਰਥ ਈਸਟ ਤੇ ਸੈਂਟਰਲ ਇੰਡੀਆ ਦੇ ਵਿੱਚ। ਇਹ ਕੀ ਸੀ, ਲੈਂਡ ਨੂੰ ਕਲੀਅਰ ਕਰਕੇ, ਉਹਨੂੰ ਸਾਫ਼ ਕਰਕੇ ਤੇ ਖੇਤੀ ਦੇ ਯੋਗ ਬਣਾ ਲੈਂਦੇ ਸੀ। The cultivators cut the tree tops to allow sunlight to reach the ground and burnt the vegetation on the land to clear it for cultivation. The cultivators cut the tree tops. ਪੇੜਾਂ ਦੇ ਉੱਪਰਲੇ ਸਿਰਿਆਂ ਨੂੰ ਕੱਟ ਕੇ ਸੂਰਜ ਦੀ ਰੋਸ਼ਨੀ ਨੂੰ ਗਰਾਊਂਡ ਦੇ ਉੱਤੇ ਪਾਉਂਦੇ ਸੀ, ਜਿਸ ਦੇ ਨਾਲ ਕੀ ਹੁੰਦਾ ਸੀ ਕਿ ਜਿਹੜੀ ਵੈਜੀਟੇਸ਼ਨ ਸੀ, ਘਾਹ ਫੂਸ ਸੀ ਜਿਹੜਾ, ਉਹ ਜਲ ਜਾਂਦਾ ਸੀ ਤੇ ਜਿਹੜੀ ਜ਼ਮੀਨ ਸੀ ਉਹ ਖੇਤੀ ਦੇ ਯੋਗ ਬਣ ਜਾਂਦੀ ਸੀ। They spread the ash from the frying, which contain potash to fertilize the soil, burned the vegetation on the land to clear it for cultivation. ਜਿਹੜੇ ਘਾਹ ਫੂਸ ਨੂੰ ਜਲਾਇਆ ਜਾਂਦਾ ਸੀ, ਖੇਤੀ ਕਰਨ ਵਾਸਤੇ ਜ਼ਮੀਨ ਨੂੰ ਸਾਫ਼ ਕੀਤਾ ਜਾਂਦਾ ਸੀ। ਹੁਣ ਉਸ ਜਲੇ ਹੋਏ ਘਾਹ ਫੂਸ ਦੀ ਜਿਹੜੀ ਰਾਖ ਸੀ, ਉਸ ਨੂੰ ਉਸ ਜ਼ਮੀਨ 'ਤੇ ਬਖੇਰ ਦਿੱਤਾ ਜਾਂਦਾ ਸੀ ਜਿੱਥੇ ਖੇਤੀ ਕਰਨੀ ਹੁੰਦੀ ਸੀ। ਔਰ ਉਹ ਜਿਹੜੀ ਬਚੀ ਹੋਈ ਰਾਖ ਸੀ ਉਹਦੇ ਵਿੱਚ ਕੀ ਹੁੰਦਾ ਸੀ, ਪੋਟਾਸ਼, ਜਿਹਦੇ ਨਾਲ ਕੀ ਹੈ ਜ਼ਮੀਨ ਬਹੁਤ ਜ਼ਿਆਦਾ ਉਪਜਾਊ ਬਣਦੀ ਸੀ ਔਰ ਖੇਤੀ ਦੀ ਜਿਹੜੀ ਪੈਦਾਵਾਰ ਸੀ ਵੱਧ ਤੋਂ ਵੱਧ ਹੁੰਦੀ ਸੀ। They used the axe to cut trees and hew to scratch the soil in order to prepare it for cultivation. ਕੁਝ ਲੋਕ ਕੀ ਕਰਦੇ ਸੀ, ਟਰੀਜ਼ ਨੂੰ ਕੱਟਣ ਵਾਸਤੇ ਐਕਸ ਦੀ ਵਰਤੋਂ ਕਰਦੇ ਸੀ ਔਰ ਜ਼ਮੀਨ ਦੇ ਉੱਤੇ ਸਕ੍ਰੈਚ ਕਰਨ ਲਈ ਜਿੱਥੇ ਕਿ ਖੇਤੀ ਉਗਾਈ ਜਾਣੀ ਸੀ ਉੱਥੇ ਹਾਊ ਮੀਨਸ ਕੁੰਧਾਲੀ ਦੀ ਵਰਤੋਂ ਕਰਦੇ ਸੀ ਤੇ ਨਾਲ ਹੀ ਉਹ ਜ਼ਮੀਨ ਨੂੰ ਕੀ ਆ ਪ੍ਰਪੇਅਰ ਕਰ ਲੈਂਦੇ ਸੀ ਖੇਤੀ ਕਰਨ ਵਾਸਤੇ। They broadcast the seeds, that is scattered the seeds on the field instead of plowing the land and sowing the seeds. ਪਹਿਲਾਂ ਕੀ ਸੀ, ਪਲਾਇੰਗ ਦੀ ਵਰਤੋਂ ਕਰਕੇ ਬੀਜਾਂ ਨੂੰ ਖਿਲਾਰਿਆ ਜਾਂਦਾ ਸੀ, ਹਲਾਂ ਦੀ ਵਰਤੋਂ ਕਰਕੇ ਖੇਤ ਨੂੰ ਉਗਾਇਆ ਜਾਂਦਾ ਸੀ। ਹੁਣ ਇਹਦੀ ਬਜਾਏ ਕੀ ਕਰਦੇ ਸੀ ਕਿ ਬੀਜ ਨੂੰ ਜਿਹੜੀ ਖੇਤੀ ਸੀ ਉਹਦੇ ਉੱਤੇ ਖਿਲਾਰ ਦਿੱਤਾ ਜਾਂਦਾ ਸੀ ਜਾਂ ਬੀਜ ਦਿੱਤਾ ਜਾਂਦਾ ਸੀ। Once the crops was ready and harvested, they moved to another field. A field that had been cultivated once was left fallow for several years. Tribal group ਕੀ ਕਰਦੇ ਸੀ ਕਿ ਜਦੋਂ ਉਹਨਾਂ ਦੀ ਫਸਲ ਤਿਆਰ ਹੋ ਜਾਂਦੀ ਸੀ ਉਸ ਨੂੰ ਕੱਟਣ ਤੋਂ ਬਾਅਦ ਮੂਵ ਕਰਦੇ ਸੀ ਦੂਜੇ ਖੇਤਰਾਂ ਵੱਲ। ਫਲਾਓ ਹੁੰਦਾ ਵਾ ਜ਼ਮੀਨ ਨੂੰ ਵਾਹ ਕੇ ਛੱਡਣਾ
ਅਤੇ ਜਿਹੜੀ ਜ਼ਮੀਨ 'ਤੇ ਉਹ ਖੇਤੀ ਕਰ ਚੁੱਕੇ ਹੁੰਦੇ ਸੀ ਕੁਝ ਸਾਲਾਂ ਲਈ ਉਹਨੂੰ ਵਾਹ ਕੇ ਛੱਡ ਦਿੰਦੇ ਸੀ।